साध संगत जीओ वाहिगुरु जी का खालसा वाहिगुरु जी की फतेह फतेह वाहिगुरु ਵਾਹਿਗੁਰੂ ਵਾਹਿਗੁਰੂ। ਅੱਜ ਗੁਰੂ ਸਾਹਿਬ ਆਪਾਂ ਤੋਂ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1384 ਤੋਂ ਸੇਵਾ ਲੈਣਗੇ। ਵਾਹਿਗੁਰੂ ਮਿਹਰ ਕਰੋ ਸੱਚੇ ਪਾਤਸ਼ਾਹ, ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਬਾਣੀ ਦੀ ਵਿਚਾਰ ਕਰਵਾਓ ਸੱਚਿਆ ਸਤਿਗੁਰਾ। ਆਪ ਕਿਰਪਾ ਕਰੋ ਮਾਲਕ ਜੀ। ਵਾਹਿਗੁਰੂ ਅਸੀਂ ਕਲਯੁਗੀ ਜੀਵ ਹਾਂ। ਵਾਹਿਗੁਰੂ ਸਾਡੇ ਇਹ ਮੋਹ ਮਾਇਆ ਦੇ ਬੰਧਨ ਤੋੜੋ। ਵਾਹਿਗੁਰੂ ਜੀ ਵਾਹਿਗੁਰੂ ਕਰੋ ਕਿਰਪਾ ਦਾਤਾ ਜੀ, ਨਾਮ ਦੀ ਦਾਤ ਬਖਸ਼ੋ। ਵਾਹਿਗੁਰੂ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਸ਼ੇਖ ਫਰੀਦ ਕੈ ਏਕ ਓੰਕਾਰ ਸਤਿਗੁਰ ਪ੍ਰਸਾਦ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਇਹੋ ਤਨ ਲਹਿਰੀ ਕੱਢ ਥਿਆ ਸੱਚੇ ਤੇਰੀ ਆਸ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਏ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ। ਆਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਇਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਹਿਆਉ ਨਾ ਕਹਿ ਠਾਹੈ ਮਾਣਕ ਸਭ ਅਮੋਲ ਵੈ। ਸਭਨਾ ਮਨ ਮਾਣਕ ਠਾਹੁਣ ਮੂਲ ਮਜਾਕਵਾ। ਜੇ ਤਿਉ ਪੀਰੀ ਦੀ ਸਿੱਕ ਹਿਆਉ ਨਾ ਠਾਹੇ ਕਹੀਦਾ। ਜੇ ਤੋ ਪਿਰਿਆਂ ਦੀ ਸਿੱਕ ਹਿਆਉ ਨਾ ਠਾਹੇ ਕਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਫਰੀਦ ਜੀ ਸਾਨੂੰ ਸਮਝਾਉਣਾ ਕਰ ਰਿਹਾ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਫਰੀਦ ਜੀ ਕਹਿੰਦੇ ਜਗਤ ਰੂਪ ਜਿਹੜਾ ਤਲਾਬ ਆ ਇਹਦੇ ਵਿੱਚ ਇਹ ਮਾਇਆ ਦੇ ਵਿੱਚ ਇਹ ਸੰਸਾਰ ਦੇ ਵਿੱਚ ਇਹ ਜੀਵ ਕੱਲਾ ਪੰਛੀ ਜੋ ਇਹਨਾਂ ਕਾਮਦਿਕ ਵੈਰੀਆਂ ਦੇ ਹੱਥੇ ਫਸਿਆ ਹੋਇਆ ਹੈ। ਇਹ ਜੀਵ ਰੂਪ ਆਤਮਾ ਕੱਲੀ ਹੈ ਤੇ ਇਹਨੂੰ ਫਸਾਉਣ ਵਾਲੇ 50 ਕਾਮਦਿਕ ਵੈਰੀ ਹਨ। ਗੁਰੂ ਸਾਹਿਬ ਕਹਿੰਦੇ ਜਦੋਂ ਆਪਾਂ ਮੋਹ ਮਾਇਆ ਵਿੱਚ ਫਸ ਜਾਂਦੇ ਮਨ ਨੂੰ ਫਸਾਉਣ ਵਾਲੇ 50 ਕਾਮਦਿਕ ਵੈਰੀ ਆ। ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਰ ਇਹ 50 ਏ ਅੱਗੇ ਫਰੀਦ ਜੀ ਕਹਿੰਦੇ ਇਹ 50 ਏ ਕਾਮਦਿਕ ਵੈਰੀ ਫਸਾਉਣ ਵਾਲੇ ਤੈਨੂੰ। ਕਦੇ ਕੋਈ ਵਿਕਾਰ ਆ ਗਿਆ ਕਦੇ ਕੋਈ ਵਿਕਾਰ ਆ ਗਿਆ ਤੇ ਜਿੰਦ ਕੱਲੀ ਆ। ਤੇ ਵਾਹਿਗੁਰੂ ਮੈਂ ਇਸ ਮਾਇਆ ਦੇ ਹੱਥੋਂ ਚੜ ਕੇ ਫਰੀਦ ਜੀ ਸਾਨੂੰ ਸਮਝਾਉਣਾ ਕਰ ਰਿਹਾ। ਉਹ ਤਾਂ ਇਸ ਮਾਇਆ ਦੇ ਬੰਧਨਾਂ ਤੋਂ ਮੁਕਤ ਸੀ। ਇਹ ਸਾਨੂੰ ਸਮਝਾਉਣਾ ਕਰ ਰਿਹਾ ਫਰੀਦ ਜੀ। ਕਹਿੰਦੇ ਜੇ ਅਸੀਂ ਮੋਹ ਮਾਇਆ ਵਿੱਚ ਫਸੇ ਹੋਏ ਹਾਂ ਤਾਂ ਅਸੀਂ ਮਾਇਆ ਦੀ ਦਲਦਲ ਵਿੱਚ ਫਸੇ ਹੋਏ ਹਾਂ ਅਸੀਂ।
ਤੇ ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਪਰ। ਕਹਿੰਦੇ ਇਹਨਾਂ ਸੰਸਾਰ ਰੂਪ ਤਲਾਬ ਦੀਆਂ ਜੋ ਵਿਕਾਰ ਭਰੀਆਂ ਲਹਿਰਾਂ ਹੈ ਇਹਨਾਂ ਵਿੱਚੋਂ ਕੌਣ ਬਚਾ ਸਕਦਾ? ਇੱਕ ਪਰਮਾਤਮਾ ਹੀ, ਹੋਰ ਤੈਨੂੰ ਕੋਈ ਵੀ ਨਹੀਂ ਬਚਾ ਸਕਦਾ। ਇੱਕ ਪਰਮਾਤਮਾ ਤੇਰਾ ਮਦਦਗਾਰ ਹੋ ਸਕਦਾ ਹੈ ਇਸ ਮੋਹ ਮਾਇਆ ਵਿੱਚੋਂ ਕੱਢਣ ਵਾਸਤੇ। ਇਹ ਜੋ ਮਾਇਆ ਦੀ ਦਲਦਲ ਹੈ ਇਹਦੇ ਵਿੱਚ ਅਸੀਂ ਫਸਦੇ ਜਾ ਰਹੇ ਹਾਂ ਤੇ ਅਸੀਂ ਅਰਦਾਸ ਕਰਨੀ ਅੱਗੋਂ ਵੀ ਵਾਹਿਗੁਰੂ ਜੀ ਇੱਕ ਤੁਸੀਂ ਸਾਨੂੰ ਇਸ ਮਾਇਆ ਰੂਪੀ ਚਿੱਕੜ ਦੇ ਵਿੱਚੋਂ ਕੱਢ ਸਕਦੇ ਹੋ। ਨਹੀਂ ਅਸੀਂ ਮਨ ਦੇ ਪਿੱਛੇ ਲੱਗ ਕੇ ਤਾਂ ਇਹ ਚਿੱਕੜ ਵਿੱਚ ਫਸਦੇ ਜਾ ਰਹੇ ਹਾਂ। ਵਾਹਿਗੁਰੂ ਵਾਹਿਗੁਰੂ। ਤੇ ਇੱਕ ਤੂੰ ਹੀ ਸਾਡਾ ਮਦਦਗਾਰ ਬਣ ਸਕਦਾ ਹੈ। ਤੂੰ ਹੀ ਸਾਨੂੰ ਇਹ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਡੁੱਬਦਿਆਂ ਨੂੰ ਕੱਢ ਸਕਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ। ਕਹਿੰਦੇ ਇਹ ਭੈਣੀ ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਗੁਣ ਹੈ, ਉਹ ਕਿਹੜਾ ਸ਼੍ਰੋਮਣੀ ਮੰਤਰ ਹੈ। ਕਹਿੰਦਾ ਉਹ ਕਿਹੜਾ ਵੇਸ ਮੈਂ ਕਰਾਂ ਜਿਸ ਨਾਲ ਮੇਰਾ ਖਸਮ ਮੇਰੇ ਵੱਸ ਵਿੱਚ ਆ ਜਾਵੇ। ਕਹਿੰਦੇ ਉਹ ਮੈਂ ਕਿਹੜਾ ਅੱਖਰ ਪੜਾਂ, ਕਿਹੜੇ ਗੁਣ ਲੈ ਕੇ ਆਵਾਂ, ਕਿਹੜਾ ਸ਼੍ਰੋਮਣੀ ਮੰਤਰ ਦਾ ਮੈਂ ਜਾਪ ਕਰਾਂ ਜਿਹਦੇ ਨਾਲ ਇਹ ਪਰਮਾਤਮਾ ਖਸਮ ਮੇਰੇ ਹਿਰਦੇ ਵਿੱਚ ਵਸ ਜਾਵੇ। ਅੱਗੇ ਫਿਰ ਫਰੀਦ ਜੀ ਕਹਿੰਦੇ ਆ ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਨੀਆਂ ਮੰਤ ਇਹ ਤ੍ਰੈ ਪੈਣੇ ਵੇਸ ਕਰ ਤਾਂ ਵਸ ਆਵੀ ਕੰਤ। ਕਹਿੰਦੇ ਕਿਹੜੇ ਕਿਹੜੇ ਗੁਣ ਤੂੰ ਲੈ ਕੇ ਆਉਣੇ ਆ? ਨਿਆਉਣਾ ਅੱਖਰ, ਨਿਮਣ ਨੂੰ ਅੱਖਰ ਬਣਾ ਲਾ, ਨਿਮਰਤਾ ਨੂੰ, ਝੁਕਣ ਨੂੰ, ਸਹਾਰ ਨੂੰ, ਸਹਿਣਸ਼ੀਲਤਾ ਨੂੰ ਗੁਣ ਬਣਾ ਲਾ, ਮਿੱਠਾ ਬੋਲਣਾ ਆਪਦਾ ਸ਼੍ਰੋਮਣੀ ਮੰਤਰ ਬਣਾ ਲਾ, ਕਿਸੇ ਨੂੰ ਵੀ ਫਿੱਕਾ ਨਹੀਂ ਬੋਲਣਾ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ। ਕਹਿੰਦੇ ਨਿਆਉਣਾ ਸਿੱਖ ਲਾ, ਸਹਿਣਸ਼ੀਲਤਾ, ਸਬਰ, ਸੰਤੋਖ, ਆਪਣੇ ਆਪ ਨੂੰ ਮਾੜਾ ਕਹਿਣਾ, ਦਇਆ, ਇਹ ਸਾਰੇ ਗੁਣ ਅੰਦਰ ਲਿਆ ਤੇਰੇ। ਇਹ ਤੂੰ ਇਸ ਤਰ੍ਹਾਂ ਇਹਨਾਂ ਗੁਣਾਂ ਦਾ ਵੇਸ ਕਰੇਂਗੀ ਤਾਂ ਪਰਮਾਤਮਾ ਤੇਰੇ ਹਿਰਦੇ ਵਿੱਚ ਆ ਕੇ ਵਸ ਜਾਊਗਾ। ਇਹ ਵੇਸ ਕਰ ਤੂੰ, ਇਹ ਗੁਣ ਲੈ ਕੇ ਆ ਆਪਦੇ ਅੰਦਰ। ਆ ਤੇਰੇ ਔਗਣ ਨਿਕਲ ਗਏ ਤਾਂ ਗੁਣ ਹੀ ਗੁਣ ਆ ਗਏ ਤਾਂ ਪਰਮਾਤਮਾ ਦਾ ਤੇਰੇ ਹਿਰਦੇ ਵਿੱਚ ਨਿਵਾਸ ਹੋ ਗਿਆ। ਕਿਉਂਕਿ ਗੁਰਬਾਣੀ ਪੜ੍ਹ ਕੇ ਆਪਣੇ ਔਗਣ ਹੀ ਨਿਕਲਣੇ ਚਾਹੀਦੇ ਆ ਤੇ ਗੁਣ ਆਉਣੇ ਚਾਹੀਦੇ ਆ। ਜੇ ਆਪਾਂ ਗੁਰਬਾਣੀ ਪੜ੍ਹ ਕੇ ਵੀ ਆਪਾਂ ਉਹੀ ਔਗਣਾਂ ਦੇ ਭਰੇ ਹੋਏ ਆ, ਉਹੀ ਆਪਾਂ ਮਾਇਆ ਵਿੱਚ ਫਸੇ ਹੋਏ ਆ, ਤੇ ਫਿਰ ਆਪਣੀ ਗੁਰਬਾਣੀ ਪੜ੍ਹੀ ਕਿੱਥੇ ਦਿਸੀ? ਆਪਣੀ ਗੁਰਬਾਣੀ ਪੜ੍ਹੀ ਦਿਸੀ ਹੋਣੀ ਚਾਹੀਦੀ ਹੈ ਵੀ ਬੰਦਾ ਗੁਰਬਾਣੀ ਪੜ੍ਹਦਾ ਹੈ, ਇਹ ਗੁਰਬਾਣੀ ਨਾਲ ਜੁੜਿਆ ਹੋਇਆ ਹੈ, ਇਹ ਗੁਰੂ ਦੀ ਮੰਨਦਾ ਹੈ। ਇਕੱਲਾ ਪੜ੍ਹਨਾ ਹੀ ਨਹੀਂ, ਜਿੰਨਾ ਚਿਰ ਮੰਨਦੇ ਨਹੀਂ ਉਨਾ ਚਿਰ ਆਪਦੇ ਔਗਣ ਨਹੀਂ ਨਿਕਲਦੇ ਤੇ ਗੁਣ ਨਹੀਂ ਆਉਂਦੇ। ਔਗਣ ਵਿਕ ਜਾਣੇ ਆ ਤੇ ਗੁਣਾਂ ਦੇ ਗਾਹਕ ਬਣਨਾ ਆਪਾਂ। ਗੁਰਬਾਣੀ ਪੜ੍ਹ ਕੇ ਇਹ ਵੰਜ ਕਰਨਾ, ਇਹ ਸੱਚਾ ਵਪਾਰ ਜੋ ਉਸ ਪਰਮਾਤਮਾ ਨੂੰ, ਜੋ ਖਸਮ, ਜੋ ਪ੍ਰਭੂ ਨੂੰ ਇਹ ਵਪਾਰ ਪਾਉਂਦਾ ਹੈ। ਆਹ ਵਪਾਰ ਕਰਨਾ ਸੀ। ਗੁਰੂ ਸਾਹਿਬ ਕਹਿੰਦੇ ਇਹ ਵਪਾਰ ਕਰੋਗੇ ਤਾਂ ਤੁਸੀਂ ਸੱਚੇ ਵਪਾਰੀ ਬਣ ਜਾਓਗੇ। ਸੰਸਾਰ ਦੇ ਵਿੱਚ ਤੁਸੀਂ ਸੱਚ ਦਾ ਸੌਦਾ ਕਰੋਗੇ, ਸੱਚ ਦੇ ਗਾਹਕ ਬਣੋਗੇ। ਤੇ ਜੇ ਮਾਇਆ ਵਿੱਚ ਹੀ ਫਸੇ ਹੋਏ ਆ ਤਾਂ ਕੂੜ ਹੀ ਇਕੱਠਾ ਕਰੀ ਜਾਂਦੇ ਆ, ਤੇ ਪਹਿਲਾਂ ਹੀ ਬਹੁਤ ਜਨਮਾਂ ਜੋ ਇਹ ਕੂੜ ਦੇ ਵਿੱਚ ਹੀ ਫਸੇ ਹੋਏ ਆ। ਗੁਰੂ ਸਾਹਿਬ ਕਹਿੰਦੇ ਗੁਰਬਾਣੀ ਤੁਹਾਨੂੰ ਇਸ ਕਲਯੁਗ ਵਿੱਚੋਂ ਕੱਢ ਕੇ ਸਤਯੁਗ ਵਿੱਚ ਲੈ ਕੇ ਆਉਂਦੀ ਆ। ਹੁਣ ਕਲਯੁਗ ਕੀ ਆ? ਅੰਦਰ ਦੇ ਕਲਪਨਾ ਕਲੇਸ਼, ਇਹੀ ਕਲਯੁਗ ਹੈ। ਤੇ ਜਦੋਂ ਆਪਾਂ ਪਰਮਾਤਮਾ ਦੇ ਨਾਮ ਹਿਰਦੇ ਵਿੱਚ ਵਸ ਗਿਆ, ਸੱਚ ਨਾਲ ਜੁੜ ਗਏ, ਉਹਦੇ ਹੁਕਮ ਨੂੰ ਪਛਾਣਨ ਲੱਗ ਗਏ, ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣ ਲੱਗ ਗਏ, ਤਾਂ ਆਪਣੇ ਅੰਦਰ ਹੀ ਸਤਯੁਗ ਆ ਗਿਆ। ਵਾਹਿਗੁਰੂ। ਮਤ ਹੋਦੀ ਹੋਏ ਆਣਾ ਤਾਣ ਹੋਦੇ ਹੋਏ ਨਿਤਾਣਾ। ਕਹਿੰਦੇ ਜੋ ਮਨੁੱਖ ਅਕਲ ਦੇ ਹੁੰਦਿਆਂ ਹੋਇਆਂ ਹੀ ਆਪਦੇ ਆਪ ਨੂੰ ਅਣਜਾਣ ਸਮਝਦਾ ਹੈ ਤੇ ਆਪਣੀ ਅਕਲ ਦਾ ਕਿਸੇ ਦੇ ਉੱਤੇ ਇਸਤੇਮਾਲ ਨਹੀਂ ਕਰਦਾ, ਜੋ ਆਪਣੇ ਆਪ ਨੂੰ ਬਹੁਤ ਸਿਆਣਾ ਗਿਆਨੀ ਨਹੀਂ ਸਮਝਦਾ, ਜੋ ਸਾਰਾ ਗਿਆਨ ਹੁੰਦਿਆਂ ਹੋਇਆਂ ਵੀ ਕਵੇ ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਕੁਛ ਨਹੀਂ ਆਉਂਦਾ, ਤੇ ਜੋ ਗਿਆਨ ਹੀ ਆਪਦਾ ਝਾੜਦਾ ਰਵੇ, ਆਪਦੀ ਅਕਲ ਹੀ ਵਰਤਦਾ ਰਵੇ, ਦੂਜੇ ਤੇ ਦਬਾਅ ਹੀ ਪਾਉਂਦਾ ਰਵੇ। ਕਹਿੰਦੇ ਉਹ ਜੋ ਜ਼ੋਰ ਹੁੰਦਿਆਂ ਹੋਇਆਂ ਆਪਦੇ ਆਪ ਨੂੰ ਕਮਜ਼ੋਰ ਸਮਝੇ, ਕਿਸੇ ਤੇ ਧੱਕਾ ਨਾ ਕਰੇ,
ਅਣਹੋਂਦੇ ਆਪ ਵਟਾਏ, ਜੋ ਕੁਛ ਦੇਣ ਜੋਗਾ ਵੀ ਨਾ ਹੋਵੇ, ਕਈ ਕਵੇ ਵਾਹਿਗੁਰੂ ਮੈਂ ਕੁਛ ਨਹੀਂ ਕਰਨ ਜੋਗਾ, ਤੂੰ ਹੀ ਹੈ ਸਭ ਕੁਛ ਕਰਨ ਜੋਗਾ, ਮੇਰੇ ਵੱਸ ਕੁਛ ਨਹੀਂ ਵਾਹਿਗੁਰੂ, ਤੂੰ ਆਪ ਹੀ ਕਰਵਾ ਰਿਹਾ ਹੈ। ਜੋ ਕੋਈ ਦਾਨ ਕਰਕੇ ਵੀ ਕਵੇ ਵਾਹਿਗੁਰੂ ਮੈਂ ਨਹੀਂ ਦਾਨ ਕਰਦਾ, ਤੂੰ ਆਪ ਹੀ ਵਾਹਿਗੁਰੂ ਕਰਵਾ ਰਿਹਾ ਹੈ, ਮੇਰਾ ਕੁਛ ਨਹੀਂ। ਜੋ ਤਨ ਮਨ ਧਨ ਆਪਣਾ ਗੁਰੂ ਨੂੰ ਸੌਂਪ ਦੇਵੇ, ਆਪਣੀ ਕੋਈ ਵੀ ਹੱਕ ਨਾ ਜਤਾਵੇ, ਕਿਸੇ ਤੇ ਧੱਕਾ ਨਾ ਕਰੇ, ਸਭ ਤੇ ਦਇਆ ਕਰੇ, ਜੋ ਆਪਣੀ ਹਉਮੈ ਹੰਕਾਰ ਛੱਡ ਦੇਵੇ, ਜਿਹਦੀ ਆਹ ਅਵਸਥਾ ਬਣ ਜਾਵੇ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ। ਫਰੀਦ ਜੀ ਕਹਿੰਦੇ ਕੋ ਐਸਾ ਭਗਤ ਸਦਾਏ, ਕਹਿੰਦੇ ਕਿਸੇ ਅਜਿਹੇ ਮਨੁੱਖ ਨੂੰ ਹੀ ਭਗਤ ਆਖਿਆ ਜਾ ਸਕਦਾ ਹੈ। ਹੁਣ ਕਹਿੰਦੇ ਆਹ ਤੇਰੇ 'ਚ ਗੁਣ ਆਉਣਗੇ, ਔਗਣ ਨਿਕਲਣਗੇ, ਤਾਂ ਤੂੰ ਭਗਤ ਬਣੇਗਾ। ਜਦੋਂ ਤੂੰ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਗਿਆ, ਤੂੰ ਖਾਲਸ ਹੋ ਜਾਏਗਾ, ਤੂੰ ਖਾਲਸਾ ਬਣ ਜਾਏਗਾ। ਅਸੀਂ ਅੱਜ ਬਾਹਰੋਂ ਵਸਤਰ ਪਾ ਕੇ ਕਹੀ ਜਾਂਦੇ ਅਸੀਂ ਖਾਲਸੇ ਬਣ ਗਏ ਜੀ। ਗੁਰੂ ਸਾਹਿਬ ਕਹਿੰਦੇ ਆ ਵਿਕਾਰਾਂ ਤੋਂ ਖਲਾਸੀ ਕਰਾਉਣੀ ਸੀਗੀ, ਫਿਰ ਤੂੰ ਖਾਲਸਾ ਬਣਨਾ ਸੀ, ਫਿਰ ਤੂੰ ਜਨ ਬਣ ਜਾਣਾ ਸੀ, ਫਿਰ ਤੂੰ ਭਗਤ ਬਣ ਜਾਣਾ ਸੀਗਾ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹਿ ਠਾਹੇ, ਮਾਣਕ ਸਭ ਅਮੋਲ ਮੇ। ਕਹਿੰਦੇ ਇੱਕ ਵੀ ਫਿੱਕਾ ਬਚਨ ਨਾ ਬੋਲ, ਸਭ ਵਿੱਚ ਉਸ ਸੱਚੇ ਮਾਲਕ ਨੂੰ ਵਸਦਾ ਵੇਖ, ਵੀ ਸਭ ਵਿੱਚ ਉਸ ਪਰਮਾਤਮਾ ਦੀ ਜੋਤ ਹੈ, ਕਿਉਂਕਿ ਹੈ ਹੀ ਜੋਤ ਸਭ ਵਿੱਚ ਉਸ ਪਰਮਾਤਮਾ ਦੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜੋ ਸਭ ਵਿੱਚ ਪਰਮਾਤਮਾ ਨੂੰ ਵੇਖਣ ਲੱਗ ਜੇ, ਉਹ ਭਗਤ ਹੈ, ਉਹ ਜਨ ਹੈ। ਕਹਿੰਦੇ ਜੋ ਕਿਸੇ ਨੂੰ ਵੀ ਫਿੱਕੇ ਬਚਨ ਨਾ ਬੋਲੇ, ਕਿਸੇ ਦਾ ਵੀ ਦਿਲ ਨਾ ਦਿਖਾਵੇ, ਜੋ ਆਪਣੇ ਆਪ ਨੂੰ ਮਾੜਾ ਕਵੇ, ਤੇ ਜੋ ਸਭ ਵਿੱਚ ਪਰਮਾਤਮਾ ਨੂੰ ਵੇਖਣ ਲੱਗ ਗਿਆ, ਉਹ ਭਗਤ ਪਰਮਾਤਮਾ ਨੂੰ ਕਬੂਲ ਹੈ। ਵਾਹਿਗੁਰੂ ਵਾਹਿਗੁਰੂ। ਸਭਨਾ ਮਨ ਮਾਣਿਕ ਠਾਹੁਣ ਮੂਲ ਮਜਾਕਵਾਂ, ਜੇ ਤੋ ਪਿਰੀਆਂ ਦੀ ਇੱਕ ਹਿਆਉ ਨਾ ਠਾਹੇ ਕਹੀ ਦਾ। ਕਹਿੰਦੇ ਸਾਰੇ ਜੀਵਾਂ ਦੇ ਮਨ ਮੋਤੀ ਆ, ਕਿਉਂਕਿ ਸਭ ਵਿੱਚ ਪਰਮਾਤਮਾ ਦੀ ਜੋਤ ਆ, ਤੇ ਸਾਰੀਆਂ ਹੀ ਆਤਮਾ ਉਸ ਪਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ। ਤੇ ਫਿਰ ਅਸੀਂ ਕਿਸੇ ਨੂੰ ਮਾੜਾ ਕਿਉਂ ਕਹਿ ਸਕਦੇ ਹਾਂ? ਅਸੀਂ ਕਿਸੇ ਦਾ ਦਿਲ ਕਿਵੇਂ ਦਿਖਾ ਸਕਦੇ ਹਾਂ? ਅਸੀਂ ਆਪਣੇ ਆਪ ਨੂੰ ਚੰਗਾ ਕਿਵੇਂ ਕਹਿ ਸਕਦੇ ਹਾਂ? ਕਿਸੇ ਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ? ਕਿਉਂਕਿ ਸਭ ਵਿੱਚ ਪਰਮਾਤਮਾ ਦੀ ਜੋਤ ਹੈ। ਕਿਸੇ ਨੂੰ ਵੀ ਮੰਦਾ ਨਹੀਂ ਆ ਸਕਦੇ। ਮੰਦਾ ਕਿਸ ਨੂੰ ਆਖੀਏ, ਪੜ ਅੱਖਰ ਇਹੋ ਬੁੱਝੀਏ। ਵਾਹਿਗੁਰੂ ਸਾਨੂੰ ਗੁਰਬਾਣੀ ਪੜ੍ਹ ਕੇ ਸੋਝੀ ਆ ਜਾਣੀ ਚਾਹੀਦੀ ਵੀ ਵਾਹਿਗੁਰੂ ਕੋਈ ਵੀ ਮਾੜਾ ਨਹੀਂ ਇਸ ਸੰਸਾਰ ਵਿੱਚ, ਜੋ ਵੀ ਤੂੰ ਪੈਦਾ ਕੀਤਾ ਚੰਗਾ ਹੀ ਹੈ ਸਭ। ਮਾੜੀ ਸਾਡੀ ਸੋਚ ਹੋ ਜਾਂਦੀ ਹੈ, ਜਦੋਂ ਸਾਡੀ ਸੋਚ ਮਾੜੀ ਹੋ ਜਾਂਦੀ ਹੈ ਅਸੀਂ ਮਾੜਾ ਕਹਿਣ ਲੱਗ ਜਾਂਦੇ ਦੂਜੇ ਨੂੰ। ਫਿਰ ਅੱਗੇ ਫਰੀਦ ਜੀ ਕਹਿੰਦੇ ਜੇ ਤੈਨੂੰ ਪਿਆਰੇ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ ਤੇ ਤੂੰ ਕਿਸੇ ਤੇ ਵੀ ਧੱਕਾ ਨਾ ਕਰ, ਕਿਸੇ ਦਾ ਵੀ ਦਿਲ ਨਾ ਦੁਖਾ, ਪਰਮਾਤਮਾ ਦੇ ਕੀਤੇ ਉੱਤੇ ਕਿੰਤੂ ਪਰੰਤੂ ਨਾ ਕਰ। ਉਸ ਪਰਮਾਤਮਾ ਦੇ ਹੁਕਮ ਨੂੰ ਸੱਚ ਕਰਕੇ ਮੰਨ, ਭਲਾ ਭਲਾ ਕਰਕੇ ਮੰਨ। ਜੋ ਪ੍ਰਭੂ ਕਰਦਾ ਉਹਨੂੰ ਭਲਾ ਕਰਕੇ ਮੰਨ। ਜੋ ਵੀ ਉਹਦਾ ਹੁਕਮ ਆ ਉਹਦੇ ਹੁਕਮ ਨੂੰ ਪਛਾਣ, ਕਿਉਂਕਿ ਪਰਮਾਤਮਾ ਜੋ ਵੀ ਕਰਦਾ ਉਹ ਚੰਗਾ ਹੀ ਕਰਦਾ। ਅਸੀਂ ਆਪਦੇ ਮਨ ਦੀ ਮੱਤ ਤੇ ਚੱਲ ਕੇ ਕਿੰਤੂ ਪਰੰਤੂ ਕਰਦੇ ਹਾਂ ਤੇ ਪਰਮਾਤਮਾ ਨੂੰ ਉਲਾਂਭੇ ਦਿੰਦੇ ਹਾਂ। ਪਰ ਉਹ ਜੋ ਵੀ ਕਰਦਾ ਉਹ ਸੋਚ ਸਮਝ ਕੇ ਕਰਦਾ, ਕਿਉਂਕਿ ਉਹ ਪਰਮੇਸ਼ਰ ਸਭ ਤੋਂ ਵੱਡਾ ਨਿਆਂਕਾਰ ਹੈ। ਉਹ ਜੋ ਵੀ ਕਰਦਾ ਨਿਆਂ ਵੀ ਸਹੀ ਕਰਦਾ, ਕਿਉਂਕਿ ਉਹਦੀ ਕਚਹਿਰੀ ਵਿੱਚ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਹੁੰਦਾ। ਇੱਥੇ ਦੁਨੀਆਦਾਰੀ ਦੇ ਵਿੱਚ ਤਾਂ ਬਹੁਤ ਧੱਕਾ ਹੁੰਦਾ ਹੈ, ਗਰੀਬ ਤੇ ਜ਼ੁਲਮ ਹੁੰਦਾ ਹੈ, ਜਿਹਦੀ ਕੋਈ ਪਹੁੰਚ ਨਹੀਂ ਉਹਦੇ ਤੇ ਜ਼ੁਲਮ ਹੁੰਦਾ ਹੈ, ਜਿਹਦੇ ਕੋਲੇ ਕੋਈ ਪੈਸਾ ਹੈ ਉਹ ਆਪਣਾ ਜ਼ੋਰ ਅਜਮਾਈ ਕਰਦਾ ਹੈ। ਪਰ ਉਹ ਪਰਮਾਤਮਾ ਸਭ ਤੋਂ ਵੱਡਾ ਨਿਆਂਕਾਰ ਹੈ। ਗਰੀਬ ਅਮੀਰ ਸਭ ਉਹਦੀ ਕਚਹਿਰੀ ਵਿੱਚ ਬਰਾਬਰ ਹੈ। ਉਹ ਕਿਸੇ ਤੇ ਵੀ ਅਨਿਆਂ ਨਹੀਂ ਹੋਣ ਦਿੰਦਾ। ਵਾਹਿਗੁਰੂ ਵਾਹਿਗੁਰੂ। ਤੇ ਕਹਿੰਦੇ ਇਸ ਤਰ੍ਹਾਂ ਤੁਸੀਂ ਫਰੀਦ ਜੀ ਕਹਿੰਦੇ ਆਪਦੇ ਔਗਣ ਕੱਢ ਕੇ, ਆਪਣੇ ਆਪ ਨੂੰ ਨੀਵਾਂ ਜਾਣ ਕੇ, ਆਪਣੇ ਔਗਣ ਕੱਢ ਕੇ ਗੁਣ ਲੈ ਕੇ ਆਉਣੇ ਆ। ਨਿਰਭਉ ਹੋਣਾ, ਨਿਰਵੈਰ ਹੋਣਾ। ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਆਪ ਨੂੰ ਦੇਖਣਾ ਹੈ। ਜੇ ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਆਪ ਨੂੰ ਨਹੀਂ ਦੇਖਿਆ ਤਾਂ ਸਾਡੀ ਗੁਰਬਾਣੀ ਕਿਤੇ ਵੀ ਨਹੀਂ ਪੜ੍ਹੀ। ਕਿਉਂਕਿ ਵਾਰ-ਵਾਰ ਗੁਰੂ ਸਾਹਿਬ ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ।
ਆਪਣੇ ਆਪ ਨੂੰ ਦੇਖਣਾ। ਫਰੀਦ ਜੀ ਕਹਿੰਦੇ ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਸਾਨੂੰ ਗੁਰਬਾਣੀ ਪੜ੍ਹ ਕੇ ਵਿਕਾਰ ਦਿਖਣ ਲੱਗ ਗਏ ਆਪਣੇ, ਤਾਂ ਸਾਨੂੰ ਸਮਝ ਲੱਗ ਜੂ ਵੀ ਅਸੀਂ ਗੁਰਬਾਣੀ ਮੁਤਾਬਕ ਚੱਲਣ ਲੱਗ ਗਏ ਹਾਂ। ਜਦੋਂ ਸਾਨੂੰ ਆਪਣੇ ਔਗਣ ਦਿਖਣ ਲੱਗ ਗਏ ਤੇ ਅਸੀਂ ਅਰਦਾਸ ਕੀਤੀ ਅੰਦਰੋਂ ਵੀ ਵਾਹਿਗੁਰੂ ਸਾਡੇ ਔਗਣ ਕੱਢ ਦਿਓ, ਅਸੀਂ ਗੁਨਾਹਾਂ ਦੇ ਭਰੇ ਹਾਂ। ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੰਨੇ ਔਗਣ ਆ ਸਾਡੇ ਵਿੱਚ, ਅਸੀਂ ਮੰਨੀਏ ਚਾਹੇ ਨਾ ਮੰਨੀਏ। ਜਦੋਂ ਅਸੀਂ ਆਪਣੇ ਔਗਣ ਦੇਖਣ ਲੱਗ ਗਏ ਤੇ ਅਰਦਾਸ ਕੀਤੀ ਵੀ ਵਾਹਿਗੁਰੂ ਜੀ ਕਿਰਪਾ ਕਰੋ, ਅਸੀਂ ਆਪਣੇ ਔਗਣ ਕੱਢ ਸਕੀਏ, ਅਸੀਂ ਆਪਣੇ ਆਪ ਨੂੰ ਸਵਾਰ ਸਕੀਏ। ਵਾਹਿਗੁਰੂ ਅਸੀਂ ਸਭ ਤੋਂ ਮਾੜੇ ਹਾਂ। ਉਦਣ ਅਸੀਂ ਗੁਰਬਾਣੀ ਮੁਤਾਬਕ ਚੱਲੇ ਹਾਂ, ਜਿੱਦਣ ਗੁਰੂ ਦਾ ਹੁਕਮ ਮੰਨਾਂਗੇ, ਉਹਦੇ ਬਚਨਾਂ ਨੂੰ ਕਮਾਵਾਂਗੇ। ਤੇ ਵਾਹਿਗੁਰੂ ਜੀ ਸਾਨੂੰ ਤੁਹਾਡੀ ਬਚਨ ਕਮਾਉਣੇ ਆ ਜਾਣ। ਵਾਹਿਗੁਰੂ ਗੁਰਬਾਣੀ ਪੜ੍ਹਨ ਤੱਕ ਹੀ ਸੀਮਤ ਨਾ ਰਹਿ ਜਾਈਏ। ਵਾਹਿਗੁਰੂ ਮੰਨਣ ਵਾਲੀ ਕਲਾਸ 'ਚ ਜਾਈਏ। ਵਾਹਿਗੁਰੂ ਕਿਰਪਾ ਕਰੋ ਮਾਲਕ ਜੀ, ਸੱਚੇ ਪਾਤਸ਼ਾਹ ਸਵਾਸ ਗਰਾਸ ਤੈਨੂੰ ਸਿਮਰੀਏ। ਵਾਹਿਗੁਰੂ ਨਾਮ ਦੀ ਦਾਤ ਬਖਸ਼ੋ। ਵਾਹਿਗੁਰੂ ਜੀ ਵਾਹਿਗੁਰੂ। ਹਾਂਜੀ ਸੰਗਤ ਜੀ, ਇੱਥੇ ਫਰੀਦ ਜੀ ਦੇ ਸਲੋਕਾਂ ਦੀ ਸਮਾਪਤੀ ਹੋ ਗਈ। 130 ਸਲੋਕ ਆ ਫਰੀਦ ਜੀ ਦੇ, ਸਲੋਕਾਂ ਦੀ ਸਮਾਪਤੀ ਹੋ ਗਈ। ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ। ਗੁਰੂ ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ ਸਹੀ ਪਿਆਰੇ ਮੇਲ। ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਅਵਰ ਨ ਤੇਰੀ ਪਾਤੇ, ਅਵਰ ਨ ਤੇਰੀ ਪਾਤੇ।